ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕਿਸਾਨੀ ਦੇ ਲਈ ਹੋਇਆ ਪ੍ਰਦਰਸ਼ਨ, ਕੱਲ ਨਿਕਲੇਗਾ ਟਰੈਕਟਰ ਮਾਰਚ। ਟਰੂਡੋ ਨੂੰ ਆਇਆ ਬਾਈਡਨ ਦਾ ਫੋਨ, ਕੀਸਟੋਨ ਪਾਈਪਲਾਈਨ ਬਾਰੇ ਦੇ ਵਿੱਚ ਹੋਈ ਚਰਚਾ। ਕੈਨੇਡਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਰ ਰਿਹਾ ਡਿਪੋਰਟ। 2020 ਦੇ ਵਿੱਚ 12,122 ਨੂੰ ਕੀਤਾ ਗਿਆ ਡਿਪੋਰਟ। ਪਹਿਲਾ ਰੈਪਿਡ PCR ਕੋਰੋਨਾ ਟੈਸਟ ਮਨਜ਼ੂਰ, ਹੈਲਥ ਕੈਨੇਡਾ ਨੇ ਦਿੱਤੀ ਹਰੀ ਝੰਡੀ। ਸਨੋਫਾਲ ਦੀ ਚੇਤਾਵਨੀ ਜਾਰੀ, ਮੈਟਰੋ ਵੈਂਕੂਵਰ ਦੇ ਵਿੱਚ ਪੈ ਸਕਦੀ ਹੈ 15 ਸੈਂਟੀਮੀਟਰ ਬਰਫ਼ਬਾਰੀ। ਐਕਸਪ੍ਰੈਸ ਐਂਟਰੀ ਨੇ ਕੱਢਿਆ ਡਰਾ, 4,626 ਨੂੰ ਮਿਲੇ ਸੱਦੇ। ਕੈਨੇਡਾ ਦੇ ਵਿੱਚ ਫਿਰ ਤੋਂ ਕਿਸਾਨੀ ਹੱਕ ਦੇ ਲਈ ਆਵਾਜ਼ ਉੱਠੀ ਹੈ, ਜਿੱਥੇ ਇੱਕ ਰੈਲੀ ਕੀਤੀ ਗਈ ਹੈ ਜਿਸ ਦੀ ਸ਼ੁਰੂਆਤ ਰੋਟਰੀ ਸਟੇਡੀਅਮ ਐਬਸਫੋਰਡ ਤੋਂ ਹੋਈ ਹੈ, ਜੋ ਵੈਂਕੂਵਰ ਦੇ ਵਿੱਚ ਜਾ ਕੇ ਮੁਕੰਮਲ ਹੋਈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਰੈਲੀ 'ਚ ਸ਼ਮੂਲੀਅਤ ਕੀਤੀ ਹੈ, ਜਿਨ੍ਹਾਂ ਕਿਸਾਨੀ ਹੱਕ ਦੇ ਵਿੱਚ ਨਾਅਰੇ ਲਗਾਏ ਨੇ। 26 ਜਨਵਰੀ ਤੱਕ ਇੱਥੇ ਲਗਾਤਾਰ ਪ੍ਰੋਟੈਸਟ ਕੀਤਾ ਜਾਏਗਾ ਤੇ ਕੱਲ ਨੂੰ ਇੱਕ ਟਰੈਕਟਰ ਰੈਲੀ ਵੀ ਕੱਢੀ ਜਾ ਰਹੀ ਹੈ। ਨੋ ਫਾਰਮਰ ਨੋ ਫੂਡ ਦਾ ਨਾਅਰਾ ਇੱਕ ਵਾਰ ਫਿਰ ਤੋਂ ਕੈਨੇਡਾ ਦੇ ਵਿੱਚ ਲੱਗਾ। ਐਬਸਫੋਰਡ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਟਰੱਕ ਅਤੇ ਕਾਰ ਰੋਡ ਸ਼ੋਅ ਕੱਢਿਆ ਗਿਆ। 11 ਵਜੇ ਰੈਲੀ ਦੀ ਸ਼ੁਰੂਆਤ ਹੋਈ ਰੋਟਰੀ ਸਟੇਡੀਅਮ ਐਬਸਫੋਰਡ ਤੋਂ, ਜੋ ਕਿ ਆਰਟ ਗੈਲਰੀ ਵੈਂਕੂਵਰ ਦੇ ਵਿੱਚ ਮੁਕੰਮਲ ਹੋਈ ਹੈ। ਇੱਥੇ ਜਾ ਕੇ ਪ੍ਰਦਰਸ਼ਨ ਕੀਤਾ ਗਿਆ। ਦੱਸ ਦਈਏ ਕਿ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਰੈਲੀ 'ਚ ਸ਼ਮੂਲੀਅਤ ਕੀਤੀ, ਜਿੱਥੇ ਕੋਵਿਡ-19 ਵਾਇਰਸ ਦੇ ਨਾਲ ਸੰਬੰਧਿਤ ਜੋ ਨਿਯਮ ਜਾਰੀ ਕੀਤੇ ਗਏ ਹਨ, ਉਹਨਾਂ ਦੀ ਪਾਲਣਾ ਕੀਤੀ ਗਈ। ਰੈਲੀ ਦੌਰਾਨ ਲੋਕਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਅਰੇ ਲਗਾਏ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਜੋ ਭਾਰਤ ਦੇ ਵਿੱਚ ਖੇਤੀ ਨਾਲ ਸੰਬੰਧਿਤ ਕਾਨੂੰਨ ਲਿਆਂਦੇ ਗਏ ਨੇ, ਉਹਨਾਂ ਨੂੰ ਵਾਪਸ ਲਿਆ ਜਾਵੇ। ਬੇਸ਼ੱਕ ਇਸ ਅੰਦੋਲਨ ਦੀ ਸ਼ੁਰੂਆਤ ਭਾਰਤ ਤੋਂ ਹੋਈ ਹੈ, ਜਾਣੀ ਇਸ ਅੰਦੋਲਨ ਦਾ ਜਨਮ ਭਾਰਤ ਦੇ ਵਿੱਚ ਹੋਇਆ ਹੈ, ਪਰ ਵਿਦੇਸ਼ਾਂ ਦੀ ਧਰਤੀ ਤੋਂ ਵੀ ਲਗਾਤਾਰ ਕਿਸਾਨਾਂ ਨੂੰ ਸਪੋਰਟ ਕਰਦਿਆਂ ਪ੍ਰਦਰਸ਼ਨ ਕੀਤਾ ਜਾਂਦਾ ਹੈ। ਕੈਨੇਡਾ ਦੇ ਵਿੱਚ ਵੀ ਲਗਾਤਾਰ ਅਜਿਹਾ ਹੀ ਹੋ ਰਿਹਾ ਹੈ। ਦੱਸ ਦਈਏ ਕਿ ਇੱਥੇ ਹੁਣ 26 ਜਨਵਰੀ ਤੱਕ ਰੋਜ਼ਾਨਾ ਪ੍ਰਦਰਸ਼ਨ ਕੀਤੇ ਜਾਣਗੇ। ਕੱਲ ਨੂੰ ਇੱਕ ਟਰੈਕਟਰ ਰੈਲੀ ਵੀ ਕੱਢੀ ਜਾਏਗੀ, ਜਿਸ ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਕ ਵਾਰ ਫਿਰ ਤੋਂ ਸ਼ਾਮਿਲ ਹੋਣਗੇ ਤੇ ਕਿਸਾਨੀ ਹੱਕ ਦੇ ਵਿੱਚ ਨਾਅਰਾ ਲਗਾਉਣਗੇ। ਅਸੀਂ ਅੱਜ ਦੀ ਰੈਲੀ ਇੱਥੇ ਹੋਰ ਕਈ ਜਥੇਬੰਦੀਆਂ ਨੇ ਜਿਹੜੀਆਂ ਐਬਸਪੋਰਟ ਤੋਂ, ਉਹਨਾਂ ਦਾ ਸੱਦਾ ਸੀਗਾ ਵੀ ਉਹਦੇ ਤੇ ਸਾਰੇ ਲੋਕ ਇਕੱਠੇ ਹੋਣ, ਕਿਉਂਕਿ ਅਸੀਂ ਜਿਹੜਾ ਇੰਡੀਆ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਵੀ ਉਹਦੇ ਹੱਕ ਦੇ ਵਿੱਚ ਆਪਾਂ ਕੋਈ ਇੱਥੋਂ ਸਪੋਰਟ ਕਰ ਸਕੀਏ। ਸੋ ਅਸੀਂ ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਇੱਥੇ ਪਹੁੰਚੇ ਹਾਂ ਤੇ ਸਾਰੇ ਸਾਡੇ ਮੈਂਬਰ ਅਜੇ ਆ ਰਹੇ ਨੇ। ਅਸੀਂ ਉਹਦੇ ਲਈ ਤਿਆਰੀ ਕਰ ਰਹੇ ਹਾਂ, ਕਿਉਂਕਿ ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਵੀ ਸਾਡੀ ਜਿਹੜੀ ਜੇ ਕਿਤੇ ਵੀ ਇਹ ਅਸਲ ਵਿੱਚ ਹੁਣ ਜਿਹੜਾ ਕਿਸਾਨਾਂ ਦਾ ਮੁੱਦਾ ਨਹੀਂ ਰਹਿ ਗਿਆ, ਇਹ ਮਜ਼ਦੂਰਾਂ ਦਾ ਤੇ ਹਰ ਉਹ ਇਨਸਾਨ ਦਾ ਤੇ ਜਿਹੜਾ ਹਿਊਮਨ ਦਾ ਮੁੱਦਾ ਬਣ ਗਿਆ ਇਹ। ਜੇ ਅਸੀਂ ਕਿਤੇ ਵੀ ਖੜੇ ਆ, ਬੈਠੇ ਆ, ਜਦੋਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰਦੇ ਆ ਤਾਂ ਸਾਡਾ ਹੱਕ ਬਣਦਾ ਵੀ ਅਸੀਂ ਕਿਤੇ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਲੋਕਾਂ ਦੇ ਨਾਲ ਧੱਕਾ ਹੋ ਰਿਹਾ ਉੱਥੇ ਸਾਨੂੰ ਜਾਣਾ ਚਾਹੀਦਾ। ਸੋ ਅਸੀਂ ਅੱਜ ਇੱਥੇ ਆਏ ਆ ਤੇ ਅਸੀਂ ਉੱਥੇ ਜਿਹੜੇ ਕਿਸਾਨ ਸੰਘਰਸ਼ ਦੇ ਵਿੱਚ ਲੋਕ ਬੈਠੇ ਨੇ, ਉੱਥੇ ਜਿੰਨੇ ਵੀ ਲੋਕ ਠੰਡ ਦੇ ਵਿੱਚ ਜਿਹੜਾ ਉਹ ਆਪਣਾ ਸ਼ਾਂਤਮਈ ਢੰਗ ਦੇ ਨਾਲ ਆਪਣਾ ਕੰਮ ਕਰ ਰਹੇ ਨੇ, ਸੋ ਉਹਦੇ ਤੇ ਅੱਜ ਲਗਾਤਾਰ ਉਹਨਾਂ ਦੇ ਵਿੱਚ ਤਰੇੜਾਂ ਪਾ ਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਵੀ ਉਹਨਾਂ ਦੇ ਨਾਲ ਉੱਥੇ ਦੇ ਹਾਲਾਤਾਂ ਦੇ ਵਿੱਚ ਜੋ ਮਾੜੀਆਂ ਘਟਨਾਵਾਂ ਕਰ ਸਕਦੇ ਨੇ ਉਹ ਕਰ ਰਹੇ ਨੇ। ਸੋ ਅਸੀਂ ਉਹਨਾਂ ਦੀ ਸਪੋਰਟ ਦੇ ਵਿੱਚ ਇਹ ਚਾਹੁੰਦੇ ਹਾਂ ਵੀ ਸਾਰੇ ਲੋਕਾਂ ਨੂੰ ਇੱਥੋਂ ਵੀ ਸਪੋਰਟ ਦੇਣੀ ਚਾਹੀਦੀ ਆ, ਉੱਥੋਂ ਵੀ ਲੋਕ ਇਕਜੁੱਟ ਨੇ ਤੇ ਸਾਰੀ ਦੁਨੀਆ ਨੂੰ ਇਕਜੁੱਟ ਹੋ ਕੇ ਉਸ ਜਿਹੜਾ ਅੰਦੋਲਨ ਹੈ ਉਹਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਹਾਂਜੀ, ਜੋ ਬਾਈਡਨ ਦੀ ਪ੍ਰੈਸ ਸੈਕਟਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਜੋ ਬਾਈਡਨ ਦੀ ਪਹਿਲੀ ਕਾਲ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਏਗੀ। ਅਜਿਹਾ ਹੀ ਹੋਇਆ ਹੈ। ਦੋਨਾਂ ਨੇਤਾਵਾਂ ਨੇ ਫੋਨ ਦੇ ਉੱਪਰ ਗੱਲਬਾਤ ਕੀਤੀ ਹੈ। 30 ਮਿੰਟ ਤੱਕ ਇਹ ਗੱਲ ਚੱਲਦੀ ਰਹੀ। ਇਸ ਦੇ ਵਿੱਚ ਕਈ ਮੁੱਦਿਆਂ ਦੇ ਉੱਪਰ, ਕਈ ਮਾਮਲਿਆਂ ਦੇ ਉੱਪਰ ਗੱਲਬਾਤ ਕੀਤੀ ਗਈ ਹੈ। ਨਾਲ ਹੀ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਸਟੋਨ ਪਾਈਪਲਾਈਨ ਬਾਰੇ ਵਿੱਚ ਵੀ ਗੱਲ ਕੀਤੀ ਹੈ। ਜੋ ਬਾਈਡਨ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਅਗਲੇ ਮਹੀਨੇ ਦੋਹਾਂ ਨੇਤਾਵਾਂ ਦੇ ਵਿੱਚ ਬੈਠਕ ਹੋ ਸਕਦੀ ਹੈ। ਜੋ ਬਾਈਡਨ ਦੀ ਪ੍ਰੈਸ ਸਕੱਤਰ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਦੀ ਪਹਿਲੀ ਕਾਲ ਰਾਸ਼ਟਰਪਤੀ ਦੇ ਤੌਰ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਜਾਵੇਗੀ। ਅਜਿਹਾ ਹੀ ਹੋਇਆ ਹੈ। ਰਾਸ਼ਟਰਪਤੀ ਬਣਨ ਤੋਂ ਬਾਅਦ ਬਾਈਡਨ ਨੇ ਸਭ ਤੋਂ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਹੈ। ਦੋਹਾਂ ਦੇ ਵਿਚਕਾਰ ਫੋਨ ਦੇ ਉੱਪਰ ਗੱਲਬਾਤ ਹੋਈ। ਵਾਈਟ ਹਾਊਸ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਬਾਈਡਨ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਨਾਲ ਸਭ ਤੋਂ ਪਹਿਲਾਂ ਬਾਤਚੀਤ ਜਾਣੀ ਕਿ ਗੱਲਬਾਤ ਕਰਨਗੇ। ਇਸ ਦੌਰਾਨ ਉਹਨਾਂ ਵੱਲੋਂ ਕੀਸਟੋਨ ਐਕਸ ਪਾਈਪਲਾਈਨ ਸਣੇ ਕਈ ਹੋਰ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਗਈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਅਤੇ ਅਮਰੀਕਾ ਦੇ ਕੋਲ ਬਹੁਤ ਸਾਰੇ ਅਜਿਹੇ ਪ੍ਰੋਜੈਕਟ ਹਨ ਜੋ ਉਹਨਾਂ ਵੱਲੋਂ ਸਾਂਝੇ ਤੌਰ ਦੇ ਉੱਪਰ ਕੀਤੇ ਜਾਂਦੇ ਨੇ, ਜਿਨ੍ਹਾਂ ਤੇ ਗੱਲਬਾਤ ਹੋਣੀ ਜ਼ਰੂਰੀ ਹੈ ਤੇ ਦੋਵੇਂ ਦੇਸ਼ ਇੱਕ ਦੂਸਰੇ ਦੇ ਚੰਗੇ ਸਹਿਯੋਗੀ ਰਹੇ ਹਨ। ਜੋ ਬਾਈਡਨ ਤੇ ਟਰੂਡੋ ਦੇ ਵਿੱਚ 30 ਮਿੰਟ ਤੱਕ ਗੱਲਬਾਤ ਹੋਈ ਹੈ। ਇਸ ਮੌਕੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਹ ਆਸਵੰਦ ਹਨ ਜੋ ਬਾਈਡਨ ਦੇ ਨਾਲ ਕੰਮ ਕਰਨ ਵਾਸਤੇ। ਜ਼ਿਕਰਯੋਗ ਹੈ ਕਿ ਬਾਈਡਨ ਨੇ ਸੱਤਾ ਸੰਭਾਲਦਿਆਂ ਜਾਣੀ ਕਿ ਆਪਣੇ ਕਾਰਜਕਾਲ ਦੇ ਸ਼ੁਰੂਆਤ ਦੇ ਵਿੱਚ ਹੀ ਕੈਨੇਡਾ ਨੂੰ ਝਟਕਾ ਦਿੱਤਾ ਤੇ ਕੀਸਟੋਨ ਐਕਸ ਪਾਈਪਲਾਈਨ ਯੋਜਨਾ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ 2015 ਦੇ ਵਿੱਚ ਬਰੈਕ ਓਬਾਮਾ ਨੇ ਵੀ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕੀਤਾ ਸੀ। ਉਸ ਤੋਂ ਬਾਅਦ 2017 ਦੇ ਵਿੱਚ ਟਰੰਪ ਨੇ ਇਸ ਫੈਸਲੇ ਨੂੰ ਬਦਲ ਦਿੱਤਾ ਸੀ ਤੇ ਪਰਮਿਟ ਜਾਰੀ ਕੀਤਾ। 2019 ਦੇ ਵਿੱਚ ਇਸ ਪਾਈਪਲਾਈਨ ਨੂੰ ਬਣਾਉਣ ਵਾਸਤੇ ਮਨਜ਼ੂਰੀ ਦੇ ਦਿੱਤੀ ਗਈ ਸੀ। ਇੱਕ ਕੀਸਟੋਨ ਪਾਈਪਲਾਈਨ ਕੈਨੇਡਾ ਅਤੇ ਅਮਰੀਕਾ ਦੇ ਵਿੱਚ ਇੱਕ ਤੇਲ ਪਾਈਪਲਾਈਨ ਹੈ। ਇਸ ਪ੍ਰੋਜੈਕਟ ਨੂੰ ਵਾਤਾਵਰਣ ਦੇ ਪੱਖੋਂ ਵਾਤਾਵਰਣ ਵਿਰੋਧੀ ਮੰਨਿਆ ਜਾਂਦਾ ਹੈ। ਇਸ ਪਾਈਪਲਾਈਨ ਦੇ ਜ਼ਰੀਏ ਜੋ ਤੇਲ ਆਉਣ ਵਾਲਾ ਹੈ ਉਸ ਤੋਂ ਹੋਣ ਵਾਲੀ ਕਾਰਬਨ ਨਿਕਾਸੀ 30% ਜ਼ਿਆਦਾ ਹੈ। ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਅਗਲੇ ਮਹੀਨੇ ਦੋਵਾਂ ਨੇਤਾਵਾਂ ਦੇ ਵਿੱਚ ਬੈਠਕ ਹੋਵੇ। ਇੱਕ ਪਾਸੇ ਅਮਰੀਕਾ ਦੇ ਵਿੱਚ ਫੈਸਲਾ ਲਿਆ ਗਿਆ ਹੈ ਜੋ ਬਾਈਡਨ ਵੱਲੋਂ ਕਿ ਇੱਥੇ 100 ਦਿਨਾਂ ਤੱਕ ਕਿਸੇ ਨੂੰ ਵੀ ਡਿਪੋਰਟ ਨਹੀਂ ਕੀਤਾ ਜਾਏਗਾ। ਦੂਜੇ ਪਾਸੇ ਕੈਨੇਡਾ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੈਂਡੈਮਿਕ ਦੇ ਦੌਰਾਨ ਵੀ ਹਜ਼ਾਰਾਂ ਹੀ ਲੋਕਾਂ ਨੂੰ ਇੱਥੋਂ ਡਿਪੋਰਟ ਕੀਤਾ ਜਾ ਰਿਹਾ ਹੈ। 2015 ਤੋਂ ਬਾਅਦ ਹੁਣ 2020 ਵਿੱਚ ਇਹ ਗਿਣਤੀ ਸਭ ਤੋਂ ਵੱਧ ਰਹੀ ਹੈ ਜਦੋਂ ਜੋ ਡਿਪੋਰਟ ਨੇ ਉਹ ਲੋਕ ਕੈਨੇਡਾ ਦੇ ਵਿੱਚੋਂ ਕੀਤੇ ਗਏ ਨੇ। ਪੂਰੀ ਰਿਪੋਰਟ ਦੱਸਾਂਗੇ ਇਸ ਖਬਰ ਦੇ ਵਿੱਚ। ਖਬਰ ਕੈਨੇਡਾ ਤੋਂ ਸਾਹਮਣੇ ਆਈ ਹੈ ਜਿੱਥੇ ਮਹਾਮਾਰੀ ਦੇ ਦੌਰਾਨ ਹਜ਼ਾਰਾਂ ਨੂੰ ਹੀ ਡਿਪੋਰਟ ਕੀਤਾ ਜਾ ਰਿਹਾ ਹੈ। ਇਸ ਮੌਕੇ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਕ ਕੋਵਿਡ-19 ਦੇ ਕਾਰਨ ਕੈਨੇਡਾ ਨੇ ਹਜ਼ਾਰਾਂ ਹੀ ਲੋਕਾਂ ਨੂੰ ਡਿਪੋਰਟ ਕੀਤਾ ਹੈ। ਇਸ ਉੱਤੇ ਵਕੀਲਾਂ ਦਾ ਕਹਿਣਾ ਹੈ ਕਿ ਦੇਸ਼ ਨਿਕਾਲੇ ਵਧ ਰਹੇ ਨੇ ਜਿਸ ਦੇ ਨਾਲ ਗਲੋਬਲ ਹੈਲਥ ਐਮਰਜੈਂਸੀ ਦੇ ਵਿਚਕਾਰ ਲੋਕਾਂ ਨੂੰ ਰਿਸਕ ਝੱਲਣਾ ਪੈ ਰਿਹਾ ਹੈ। ਬਾਕੀ ਦੇਸ਼ਾਂ ਦੇ ਵਾਂਗ ਕੈਨੇਡਾ ਵੀ ਕੋਵਿਡ-19 ਦੀ ਦੂਸਰੀ ਲਹਿਰ ਦੇ ਨਾਲ ਜਾਣੀ ਸੈਕੰਡ ਵੇਵ ਦੇ ਨਾਲ ਪ੍ਰਭਾਵਿਤ ਹੋਇਆ। ਸਿਆਸੀ ਆਗੂ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਲਗਾਤਾਰ ਅਪੀਲ ਕਰ ਰਹੇ ਹਨ। ਸਟੇ ਐਟ ਹੋਮ ਦੇ ਕਈ ਪ੍ਰੋਵਿੰਸਸ ਦੇ ਵਿੱਚ ਆਰਡਰ ਵੀ ਜਾਰੀ ਕੀਤੇ ਗਏ। ਕੈਨੇਡਾ ਬਾਰਡਰ ਸਰਵਿਸਿਜ਼ ਦੇ ਮੁਤਾਬਕ 2020 ਦੇ ਵਿੱਚ 12,122 ਲੋਕਾਂ ਨੂੰ ਕੱਢਿਆ ਗਿਆ ਜਾਣੀ ਕਿ ਡਿਪੋਰਟ ਕੀਤਾ ਗਿਆ, ਜੋ ਪਿਛਲੇ ਸਾਲ ਦੇ ਨਾਲੋਂ 875 ਵੱਧ ਹੈ ਅਤੇ 2015 ਤੋਂ ਬਾਅਦ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। CBSA ਦੇ ਮੁਤਾਬਕ ਪਿਛਲੇ ਸਾਲ ਨੰਬਰ ਇਸ ਕਰਕੇ ਵਧੇ ਸਨ ਕਿਉਂਕਿ ਇਸ ਦੇ ਵਿੱਚ ਉਹਨਾਂ ਨੂੰ ਵੀ ਰੱਖਿਆ ਗਿਆ ਜੋ ਆਪਣੀ ਮਰਜ਼ੀ ਦੇ ਨਾਲ ਦੇਸ਼ ਛੱਡ ਕੇ ਗਏ। 2019 ਦੇ ਵਿੱਚ 1,657 ਨੂੰ ਰਿਮੂਵ ਕੀਤਾ ਗਿਆ। ਜਿੱਥੇ ਇੱਕ ਪਾਸੇ ਹੈਲਥ ਕ੍ਰਾਈਸਿਸ ਦੌਰਾਨ ਕੈਨੇਡਾ ਨਾਨ ਸਿਟੀਜ਼ਨ ਨੂੰ ਡਿਪੋਰਟ ਕਰ ਰਿਹਾ ਹੈ, ਉਧਰ ਅਮਰੀਕਾ ਦੇ ਵਿੱਚ ਜੋ ਬਾਈਡਨ ਨੇ ਕਾਰਜਕਾਲ ਸੰਭਾਲਦਿਆਂ ਹੀ ਐਲਾਨ ਕੀਤਾ ਕਿ 100 ਦਿਨਾਂ ਤੱਕ ਕਿਸੇ ਨੂੰ ਵੀ ਡਿਪੋਰਟ ਨਹੀਂ ਕੀਤਾ ਜਾਵੇਗਾ। ਨਾਲ ਹੀ ਜੇਕਰ ਪਬਲਿਕ ਹੈਲਥ ਐਕਸਪਰਟਸ ਦੀ ਮੰਨੀਏ ਤਾਂ ਉਹਨਾਂ ਕਿਹਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਯਾਤਰਾ ਕਰਨ ਨਾਲ ਵਾਇਰਸ ਫੈਲ ਸਕਦਾ ਹੈ। ਬਹੁਤ ਸਾਰੇ ਡਿਪੋਰਟੇਸ਼ਨ ਟ੍ਰਿਪਸ ਦੇ ਵਿੱਚ ਕਈ ਹਵਾਈ ਅੱਡੇ ਅਤੇ ਫਲਾਈਟਸ ਨੂੰ ਬਦਲਣਾ ਪੈਂਦਾ ਹੈ। ਇਸ ਦੇ ਨਾਲ ਟ੍ਰਾਂਸਮਿਸ਼ਨ ਦਾ ਖਤਰਾ ਵੱਧ ਜਾਂਦਾ ਹੈ। ਸੋ ਇੱਕ ਪਾਸੇ ਅਮਰੀਕਾ ਹੈ ਜਿੱਥੇ ਇਹ ਫੈਸਲਾ ਲਿਆ ਗਿਆ ਕਿ 100 ਦਿਨਾਂ ਤੱਕ ਕਿਸੇ ਨੂੰ ਡਿਪੋਰਟ ਨਹੀਂ ਕੀਤਾ ਜਾਏਗਾ ਤੇ ਦੂਜੇ ਪਾਸੇ ਕੈਨੇਡਾ ਦੇ ਵਿੱਚ ਪੈਂਡੈਮਿਕ ਦੇ ਦੌਰਾਨ ਵੀ ਹਜ਼ਾਰਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਐਕਸਪ੍ਰੈਸ ਐਂਟਰੀ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ ਜਿਸ ਦੇ ਤਹਿਤ 4,626 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਕੈਨੇਡਾ ਵੱਲੋਂ 2021 ਤੋਂ 2023 ਦੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਣਾ ਹੈ, ਜੋ ਪਿਛਲੇ ਸਾਲ ਦਾ ਟੀਚਾ ਪੂਰਾ ਨਹੀਂ ਹੋ ਸਕਿਆ। ਇਸ ਦੇ ਤਹਿਤ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜ਼ਿਆਦਾ ਐਕਸਪ੍ਰੈਸ ਐਂਟਰੀ ਡਰਾਅ ਤੇ ਹੋਰ ਡਰਾਅ ਕੱਢੇ ਜਾ ਸਕਦੇ ਹਨ। 2020 ਐਕਸਪ੍ਰੈਸ ਐਂਟਰੀ ਦੇ ਲਈ ਬੰਪਰ ਈਅਰ ਰਿਹਾ ਹੈ ਕਿਉਂਕਿ ਇਸ ਦੌਰਾਨ ਕਾਫੀ ਜ਼ਿਆਦਾ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕੈਨੇਡਾ ਨੇ ਇਸ ਹਫ਼ਤੇ ਦੂਸਰਾ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ। ਇਸ ਨਵੇਂ ਡਰਾਅ ਦੇ ਵਿੱਚ 4,626 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਹ ਡਰਾਅ ਜਨਵਰੀ 21 ਨੂੰ ਐਲਾਨਿਆ ਗਿਆ। ਇਸ ਵਾਰ PR ਦੇ ਲਈ ਜੋ ਇਨਵੀਟੇਸ਼ਨ ਜਾਰੀ ਕੀਤੇ ਗਏ ਹਨ, ਇਸ ਵਿੱਚ ਉਮੀਦਵਾਰਾਂ ਨੂੰ 454 ਕੰਪਰੀਹੈਂਸਿਵ ਰੈਂਕਿੰਗ ਸਕੋਰਸ ਦੀ ਜ਼ਰੂਰਤ ਸੀ, ਜਾਣੀ ਕਿ 7 ਪੁਆਇੰਟਸ ਹੇਠਾਂ CRS ਸਕੋਰ ਆ ਗਏ ਹਨ। 2015 ਤੋਂ ਐਕਸਪ੍ਰੈਸ ਐਂਟਰੀ ਸਕਿਲਡ ਵਰਕਰਸ ਐਪਲੀਕੇਸ਼ਨਸ ਨੂੰ ਮੈਨੇਜ ਕਰਨ ਦਾ ਮੁੱਢਲਾ ਜਾਣੀ ਕਿ ਪ੍ਰਾਇਮਰੀ ਤਰੀਕਾ ਹੈ। 2021 ਤੋਂ ਲੈ ਕੇ 2023 ਤੱਕ ਕੈਨੇਡਾ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਸੋ ਕੈਨੇਡਾ ਵੱਲੋਂ ਇਸ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਪ੍ਰਵਾਸੀ ਕੈਨੇਡਾ ਆਉਣ ਤੇ ਉਹਨਾਂ ਦਾ ਸਵਾਗਤ ਕੀਤਾ ਜਾਵੇ, ਕਿਉਂਕਿ ਪਿਛਲੇ ਸਾਲ ਦਾ ਟੀਚਾ ਵੀ ਅਜੇ ਪੂਰਾ ਨਹੀਂ ਹੋਇਆ। ਇਸ ਸਾਲ ਹੀ ਉਸ ਨੂੰ ਪੂਰਾ ਕਰਨ ਦੀ ਗੱਲ ਕਹੀ ਜਾ ਰਹੀ ਹੈ।
IRCC ਵੱਲੋਂ ਐਕਸਪ੍ਰੈਸ ਐਂਟਰੀ ਜ਼ਰੀਏ ਟੀਚਾ 1,10,000 ਦਾ ਸਵਾਗਤ ਕਰ ਰਿਹਾ ਹੈ। ਪੈਂਡੈਮਿਕ ਦੇ ਦੌਰਾਨ ਪਿਛਲਾ ਸਾਲ ਜਾਣੀ ਕਿ 2020 ਐਕਸਪ੍ਰੈਸ ਐਂਟਰੀ ਡਰਾਅ ਦੇ ਲਈ ਰਿਕਾਰਡ ਬ੍ਰੇਕਿੰਗ ਈਅਰ ਜਾਣੀ ਕਿ ਸਾਲ ਰਿਹਾ ਹੈ। ਦੱਸ ਦਈਏ ਕਿ ਐਕਸਪ੍ਰੈਸ ਐਂਟਰੀ ਪੂਲ ਵਾਸਤੇ IRCC ਦੀ ਵੈਬਸਾਈਟ ਦੇ ਉੱਪਰ ਪ੍ਰੋਫਾਈਲ ਜਮ੍ਹਾਂ ਕਰਾਉਣੀ ਪੈਂਦੀ ਹੈ। ਫਿਰ IRCC ਵੱਲੋਂ ਉਮਰ, ਪੜ੍ਹਾਈ, ਕੰਮ ਦੇ ਤਜਰਬੇ ਅਤੇ ਭਾਸ਼ਾ ਦੇ ਆਧਾਰ ਦੇ ਉੱਪਰ ਉਮੀਦਵਾਰਾਂ ਨੂੰ CRS ਸਕੋਰ ਦਿੱਤੇ ਜਾਂਦੇ ਹਨ। ਹਰ ਦੂਸਰੇ ਹਫ਼ਤੇ ਡਰਾਅ ਕੱਢਿਆ ਜਾਂਦਾ ਹੈ, ਜਿਸ ਦੇ ਵਿੱਚ ਇਨਵੀਟੇਸ਼ਨ ਟੂ ਅਪਲਾਈ ਜਾਰੀ ਕੀਤੇ ਜਾਂਦੇ ਨੇ। ਸੋ ਇਹ ਜੋ ਨਵਾਂ ਡਰਾਅ ਐਲਾਨਿਆ ਗਿਆ ਹੈ, ਇਸ ਦੇ ਤਹਿਤ 4,626 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਣੀ ਕਿ ਸੱਦੇ ਜਾਰੀ ਕੀਤੇ ਗਏ। ਵੱਖ-ਵੱਖ ਪ੍ਰੋਵਿੰਸਸ ਨੇ ਆਪਣੇ ਡਰਾਅ ਦਾ ਐਲਾਨ ਕੀਤਾ ਹੈ। ਕਿਸ ਪ੍ਰੋਵਿੰਸ ਵੱਲੋਂ ਕਿੰਨੇ ਉਮੀਦਵਾਰਾਂ ਨੂੰ ਸੱਦਾ ਜਾਰੀ ਕੀਤਾ ਗਿਆ ਹੈ, ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸਸਕੈਚੁਆਨ, ਬ੍ਰਿਟਿਸ਼ ਕੋਲੰਬੀਆ, PEI ਜਾਣੀ ਪ੍ਰਿੰਸ ਐਡਵਰਡ ਆਈਲੈਂਡ ਵੱਲੋਂ ਆਪਣੇ ਡਰਾਅ ਦਾ ਐਲਾਨ ਕੀਤਾ ਗਿਆ ਹੈ। ਪ੍ਰਿੰਸ ਐਡਵਰਡ ਆਈਲੈਂਡ ਨੇ ਆਪਣੇ ਡਰਾਅ ਦਾ ਐਲਾਨ ਜਨਵਰੀ 21 ਨੂੰ ਕੀਤਾ, ਜਿਸ ਦੇ ਤਹਿਤ PEI PNP ਨੇ 211 ਨੂੰ ਸੱਦੇ ਜਾਰੀ ਕੀਤੇ ਨੇ। 196 ਇਨਵੀਟੇਸ਼ਨ ਐਕਸਪ੍ਰੈਸ ਐਂਟਰੀ ਅਤੇ ਲੇਬਰ ਇੰਪੈਕਟ ਨੂੰ ਦਿੱਤੇ ਗਏ। ਬਾਕੀ 15 ਇਨਵੀਟੇਸ਼ਨ ਬਿਜ਼ਨਸ ਇੰਪੈਕਟ ਨੂੰ ਮਿਲੇ ਹਨ। ਪ੍ਰੋਵਿੰਸ਼ੀਅਲ ਨੋਮੀਨੀ ਦੇ ਲਈ ਅਪਲਾਈ ਕਰਨ ਵਾਸਤੇ 80 ਸਕੋਰ ਦੀ ਜ਼ਰੂਰਤ ਸੀ। ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਡਰਾਅ ਦਾ ਐਲਾਨ 19 ਜਨਵਰੀ ਨੂੰ ਕੀਤਾ ਹੈ। ਇਸ ਵਿੱਚ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦੇ ਤਹਿਤ 195 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਇਨਵੀਟੇਸ਼ਨ ਲੈਣ ਵਾਸਤੇ ਉਮੀਦਵਾਰਾਂ ਨੂੰ 80 ਤੋਂ 106 ਦੇ ਵਿਚਕਾਰ ਪੁਆਇੰਟਸ ਦੀ ਜ਼ਰੂਰਤ ਸੀ। ਸਸਕੈਚੁਅਨ ਵੱਲੋਂ ਮੇਜਰ ਸਿਲੈਕਸ਼ਨ ਰਾਊਂਡ ਜਨਵਰੀ 21 ਨੂੰ ਕੀਤਾ ਗਿਆ, ਜਿਸ ਦੇ ਵਿੱਚ ਪ੍ਰੋਵਿੰਸ਼ੀਅਲ ਨੋਮੀਨੀ ਫॉर ਕੈਨੇਡਾ PR ਦੇ ਲਈ ਕੈਂਡੀਡੇਟਸ ਨੂੰ ਇਨਵਾਈਟ ਕੀਤਾ ਗਿਆ। ਇਸ ਦੇ ਵਿੱਚ 502 ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। 199 ਐਕਸਪ੍ਰੈਸ ਐਂਟਰੀ ਸਬ ਕੈਟੇਗਰੀ ਅਤੇ 313 ਇਨਵੀਟੇਸ਼ਨ ਆਕੂਪੇਸ਼ਨ ਇਨ ਡਿਮਾਂਡ ਕੈਂਡੀਡੇਟਸ ਨੂੰ ਦਿੱਤੇ ਗਏ ਹਨ। ਸੋ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਵੱਲੋਂ ਆਪਣੇ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਹਨ। 2021 ਤੋਂ 2023 ਦੇ ਵਿੱਚ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਇਨਵਾਇਰਨਮੈਂਟ ਕੈਨੇਡਾ ਵੱਲੋਂ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਮੈਟਰੋ ਵੈਂਕੂਵਰ ਦੇ ਵਿੱਚ 15 ਸੈਂਟੀਮੀਟਰ ਤੱਕ ਸਨੋਫਾਲ ਜਾਣੀ ਕਿ ਬਰਫ਼ਬਾਰੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਆਸ-ਪਾਸ ਦੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਇਹ ਬਰਫ਼ਬਾਰੀ ਸਨੋਫਾਲ ਹੋ ਸਕਦੀ ਹੈ। ਦੱਸਾਂਗੇ ਬਾਕੀ ਪੂਰੀ ਜਾਣਕਾਰੀ ਇਸ ਖਬਰ ਦੇ ਵਿੱਚ। ਮੌਸਮ ਦੇ ਨਾਲ ਜੁੜੀ ਹੋਈ ਕੈਨੇਡਾ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਮੈਟਰੋ ਵੈਂਕੂਵਰ ਨੇ ਸਨੋਫਾਲ ਬਾਰੇ ਚੇਤਾਵਨੀ ਜਾਰੀ ਕੀਤੀ ਹੈ। ਉਹਨਾਂ ਵਾਰਨਿੰਗ ਦਿੱਤੀ ਹੈ ਕਿ 15 ਸੈਂਟੀਮੀਟਰ ਤੱਕ ਸਨੋਫਾਲ ਹੋ ਸਕਦੀ ਹੈ। ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ ਮੈਟਰੋ ਵੈਂਕੂਵਰ ਅਤੇ ਕੁਝ ਹੋਰ ਇਲਾਕਿਆਂ ਦੇ ਵਿੱਚ ਜ਼ਿਆਦਾ ਬਰਫ਼ਬਾਰੀ ਹੋ ਸਕਦੀ ਹੈ। ਸ਼ਨੀਵਾਰ ਸਵੇਰੇ ਇਹ ਚੇਤਾਵਨੀ ਜਾਰੀ ਹੋਈ। ਮੈਟਰੋ ਵੈਂਕੂਵਰ ਸੈਂਟਰਲ, ਜਿਸ ਦੇ ਵਿੱਚ ਸਿਟੀ ਆਫ ਵੈਂਕੂਵਰ, ਬਰਨਵੀ ਅਤੇ ਨਿਊ ਵੈਸਟਮਿੰਸਟਰ, ਮੈਟਰੋ ਵੈਂਕੂਵਰ ਨਾਰਥ ਸ਼ੋਰ, ਜਿਸ ਦੇ ਵਿੱਚ ਵੈਸਟ ਵੈਂਕੂਵਰ ਅਤੇ ਨਾਰਥ ਵੈਂਕੂਵਰ, ਮੈਟਰੋ ਵੈਂਕੂਵਰ ਨਾਰਥ ਈਸਟ, ਜਿਸ ਦੇ ਵਿੱਚ ਕੋਕਵਿਟਲਮ ਅਤੇ ਮੇਪਲ ਰਿਜ, ਮੈਟਰੋ ਵੈਂਕੂਵਰ ਸਾਊਥ ਈਸਟ, ਜਿਸ ਦੇ ਵਿੱਚ ਸਰੀ ਅਤੇ ਲੈਂਗਲੀ ਸ਼ਾਮਿਲ ਹਨ। ਇਨ੍ਹਾਂ ਜਗ੍ਹਾਵਾਂ ਦੇ ਉੱਪਰ ਸਨੋਫਾਲ ਜਾਣੀ ਕਿ ਬਰਫ਼ਬਾਰੀ ਦੀ ਚੇਤਾਵਨੀ ਹੈ। ਐਤਵਾਰ ਦੁਪਹਿਰ ਤੋਂ ਪਹਿਲਾਂ ਸਾਊਥ ਕੋਸਟ ਦੇ ਵਿੱਚ 5 ਤੋਂ 15 ਸੈਂਟੀਮੀਟਰ ਸਨੋ ਦਾ ਅਲਰਟ ਹੈ। ਇਨਵਾਇਰਨਮੈਂਟ ਕੈਨੇਡਾ ਨੇ ਕਿਹਾ ਹੈ ਕਿ ਬਾਰਿਸ਼ ਦੇ ਨਾਲ ਸਨੋ ਬਦਲ ਸਕਦੀ ਹੈ, ਜਾਣੀ ਕਿ ਇਸ ਦੇ ਨਾਲ ਤਸਵੀਰ ਬਦਲ ਸਕਦੀ ਹੈ। ਪਰ ਜੋ ਇਨਵਾਇਰਨਮੈਂਟ ਕੈਨੇਡਾ ਵੱਲੋਂ ਫਿਲਹਾਲ ਚੇਤਾਵਨੀ ਮੌਸਮ ਦੇ ਨਾਲ ਸੰਬੰਧਿਤ ਜਾਰੀ ਕੀਤੀ ਗਈ ਹੈ, ਉਸ ਦੇ ਵਿੱਚ ਉਹਨਾਂ ਕਿਹਾ ਹੈ ਕਿ 15 ਸੈਂਟੀਮੀਟਰ ਤੱਕ ਬਰਫ਼ਬਾਰੀ ਮੈਟਰੋ ਵੈਂਕੂਵਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਹੋ ਸਕਦੀ ਹੈ। ਕੈਨੇਡਾ ਦੇ ਵਿੱਚ ਪਹਿਲੇ ਰੈਪਿਡ PCR ਕਰੋਨਾ ਟੈਸਟ ਨੂੰ ਮਨਜ਼ੂਰੀ ਮਿਲ ਗਈ ਹੈ। ਹੈਲਥ ਕੈਨੇਡਾ ਨੇ ਇਸ ਨੂੰ ਅਪਰੂਵਲ ਦੇ ਦਿੱਤਾ ਹੈ, ਜਿਸ ਦੀ ਜਾਣਕਾਰੀ ਕੰਪਨੀ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਕਿਹਾ ਹੈ ਕਿ ਹੁਣ ਇਸ ਦੇ ਨਾਲ ਕੁਆਲਿਟੀ ਰਿਜ਼ਲਟਸ ਸਾਹਮਣੇ ਆਉਣਗੇ। ਨਾਲ ਹੀ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਪ੍ਰੋਵਿੰਸ ਤੋਂ ਕਿੰਨੇ ਮਾਮਲੇ ਸਾਹਮਣੇ ਆਏ ਹਨ, ਕੀ ਇਸ ਸਮੇਂ ਕੈਨੇਡਾ ਦੇ ਵਿੱਚ COVID-19 ਕੇਸਿਸ ਓਵਰਵਿਊ ਹੈ। ਸਪਾਰਟਨ ਬਾਇਓਸਾਇੰਸ ਨੇ ਜਾਣਕਾਰੀ ਦਿੱਤੀ ਹੈ ਕਿ ਹੈਲਥ ਕੈਨੇਡਾ ਨੇ ਪਹਿਲੇ ਰੈਪਿਡ PCR ਕਰੋਨਾ ਟੈਸਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਮੋਬਾਈਲ ਰੈਪਿਡ PCR ਕਰੋਨਾ ਟੈਸਟ ਹੈ। ਆਟਵਾ ਬੇਸਡ ਕੰਪਨੀ ਨੇ ਕਿਹਾ ਹੈ ਕਿ ਇਸ ਦੇ ਨਾਲ ਕੁਆਲਿਟੀ ਰਿਜ਼ਲਟਸ ਆਉਣਗੇ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕੈਨੇਡਾ ਦੇ ਕਿਸ ਪ੍ਰੋਵਿੰਸ ਤੋਂ ਕਿੰਨੇ ਕਰੋਨਾ ਵਾਇਰਸ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। 24 ਘੰਟਿਆਂ ਦੌਰਾਨ ਓਨਟਾਰੀਓ ਤੋਂ 2359 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ 52 ਮੌਤਾਂ ਦਰਜ ਕੀਤੀਆਂ ਗਈਆਂ। ਟੋਰਾਂਟੋ ਦੇ ਵਿੱਚ 708, ਪੀਲ ਰੀਜਨ ਦੇ ਵਿੱਚ 422,
ਯਾਰਕ ਰੀਜਨ ਦੇ ਵਿੱਚ 220, ਹੈਮਿਲਟਨ ਦੇ ਵਿੱਚ 107 ਮਾਮਲੇ ਪਾਏ ਗਏ ਹਨ। ਹੁਣ ਤੱਕ ਇੱਥੇ 2,22,287 ਕਰੋਨਾ ਵਾਇਰਸ ਦੇ ਮਾਮਲੇ ਠੀਕ ਹੋ ਚੁੱਕੇ ਨੇ। ਅੱਜ ਦੀਆਂ ਹੋਈਆਂ ਮੌਤਾਂ ਨੂੰ ਮਿਲਾ ਕੇ ਇਹ ਮੌਤਾਂ ਦਾ ਅੰਕੜਾ ਪ੍ਰੋਵਿੰਸ ਦੇ ਵਿੱਚ 5,753 ਹੋ ਗਿਆ। ਇਸ ਸਮੇਂ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,501 ਹੈ, ਜਿਨ੍ਹਾਂ ਵਿੱਚੋਂ 395 ਇੰਟੈਂਸਿਵ ਕੇਅਰ ਅਧੀਨ ਅਤੇ 299 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਦੇ ਵਿੱਚ 76 ਮੌਤਾਂ ਕਰੋਨਾ ਵਾਇਰਸ ਕਾਰਨ ਹੋਈਆਂ ਅਤੇ 1,685 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਹੁਣ ਤੱਕ ਕਿਊਬੈਕ ਦੇ ਵਿੱਚ 2,52,176 ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 2,25,245 ਠੀਕ ਹੋ ਚੁੱਕੇ ਨੇ ਅਤੇ 9,437 ਲੋਕਾਂ ਦੀ ਵਾਇਰਸ ਕਾਰਨ ਜਾਨ ਚਲੀ ਗਈ ਹੈ। ਮੈਨੀਟੋਬਾ ਤੋਂ 216 ਮਾਮਲੇ ਰਿਕਾਰਡ ਕੀਤੇ ਗਏ ਨੇ। ਇਸ ਦੇ ਨਾਲ ਹੀ ਇੱਥੇ 3 ਮੌਤਾਂ ਕਰੋਨਾ ਵਾਇਰਸ ਦੇ ਕਾਰਨ ਹੋਈਆਂ। ਕੈਨੇਡਾ ਦੇ ਵਿੱਚ ਹੁਣ ਤੱਕ 7,42,000 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। 18,962 ਲੋਕਾਂ ਦੀ ਵਾਇਰਸ ਕਾਰਨ ਜਾਨ ਹੁਣ ਤੱਕ ਗਈ ਹੈ। ਰਿਕਵਰਡ ਹੋਣ ਵਾਲੇ ਕੇਸਿਸ 6,58,000 ਦੇ ਕਰੀਬ ਹਨ। 20 ਜਨਵਰੀ ਨੂੰ ਅਮਰੀਕਾ ਦੇ ਵਿੱਚ ਜੋ ਬਾਈਡਨ ਨੇ ਸਹੁੰ ਚੁੱਕੀ ਹੈ ਨਵੇਂ ਰਾਸ਼ਟਰਪਤੀ ਦੇ ਤੌਰ ਦੇ ਉੱਪਰ। ਜੋ ਬਾਈਡਨ ਦੇ ਇਨੋਗ੍ਰੇਸ਼ਨ ਫੰਕਸ਼ਨ ਦੇ ਵਿੱਚ 150 ਤੋਂ ਜ਼ਿਆਦਾ ਟਰੂਪਸ ਜਿਹੜੇ ਨੇ ਉਹ ਕੋਵਿਡ ਪੋਜ਼ਿਟਿਵ ਪਾਏ ਗਏ ਨੇ। ਇਹ ਜਾਣਕਾਰੀ ਸਾਹਮਣੇ ਆ ਰਹੀ ਹੈ। ਨਾਲ ਹੀ ਇਹ ਕਿਹਾ ਜਾ ਰਿਹਾ ਹੈ ਕਿ ਤਿਆਰੀ ਕੀਤੀ ਜਾ ਰਹੀ ਹੈ ਕਿ ਹੁਣ ਜਿਹੜੇ ਬਾਕੀ ਉੱਥੇ ਟਰੂਪਸ ਤਾਇਨਾਤ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਭੇਜਿਆ ਜਾਵੇ। ਸੋ ਕੁਝ ਸੈਨਿਕ ਇੱਥੇ ਫਿਲਹਾਲ ਮੱਧ ਮਾਰਚ ਤੱਕ ਹੀ ਰਹਿਣਗੇ। ਇਸ ਦੀ ਵੀ ਜਾਣਕਾਰੀ ਆਫੀਸ਼ੀਅਲਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਜਿਹੜੇ ਕਰੋਨਾ ਦਾ ਸ਼ਿਕਾਰ 150 ਤੋਂ 200 ਦੇ ਕਰੀਬ ਸੈਨਿਕ ਹੋਏ ਨੇ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। 20 ਜਨਵਰੀ ਨੂੰ ਜੋ ਬਾਈਡਨ ਦਾ ਇਨੋਗ੍ਰੇਸ਼ਨ ਫੰਕਸ਼ਨ ਹੋਇਆ। ਇਸ ਦੇ ਨਾਲ ਸੰਬੰਧਿਤ ਖਬਰ ਸਾਹਮਣੇ ਆਈ ਹੈ ਕਿ ਬਾਈਡਨ ਦੇ ਸਹੁੰ ਚੁੱਕ ਸਮਾਗਮ ਦੇ ਦੌਰਾਨ 150 ਤੋਂ ਵੱਧ ਨੈਸ਼ਨਲ ਗਾਰਡ ਕੋਵਿਡ ਪੋਜ਼ਿਟਿਵ ਪਾਏ ਗਏ। ਯੂਐਸ ਆਫੀਸ਼ੀਅਲਸ ਨੇ ਜਾਣਕਾਰੀ ਦਿੱਤੀ ਹੈ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਜੋ ਬਾਈਡਨ ਦੇ ਇਨੋਗ੍ਰੇਸ਼ਨ ਦੇ ਦੌਰਾਨ 150 ਤੋਂ 200 ਨੈਸ਼ਨਲ ਗਾਰਡ ਕਰੋਨਾ ਦਾ ਸ਼ਿਕਾਰ ਹੋ ਗਏ। ਜਨਵਰੀ 6 ਨੂੰ ਕੈਪੀਟੋਲ ਬਿਲਡਿੰਗ ਦੇ ਵਿੱਚ ਜੋ ਹਿੰਸਾ ਹੋਈ ਸੀ, ਉਸ ਤੋਂ ਬਾਅਦ ਵਾਸ਼ਿੰਗਟਨ ਡੀਸੀ ਦੇ ਵਿੱਚ ਸਖਤੀ ਕੀਤੀ ਗਈ ਸੀ। ਵੱਡੀ ਗਿਣਤੀ ਦੇ ਵਿੱਚ ਗਾਰਡਸ ਨੂੰ ਇੱਥੇ ਤਾਇਨਾਤ ਕੀਤਾ ਗਿਆ ਸੀ। ਜੋ ਗਾਰਡ ਤਾਇਨਾਤ ਕੀਤੇ ਗਏ ਸਨ ਉਸ ਦੇ ਵਿੱਚੋਂ ਹੀ 150 ਤੋਂ ਵੱਧ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਯੂਐਸ ਦੇ ਵਿੱਚ ਕੋਵਿਡ ਦੇ ਕਾਰਨ ਰੋਜ਼ਾਨਾ 4,000 ਤੋਂ ਵੱਧ ਜਾਨਾਂ ਜਾ ਰਹੀਆਂ ਨੇ। ਨੈਸ਼ਨਲ ਗਾਰਡ ਨੇ ਸਟੇਟਮੈਂਟ ਜਾਰੀ ਕੀਤੀ ਹੈ, ਜਿਸ ਵਿੱਚ ਉਹਨਾਂ ਕਿਹਾ ਕਿ ਪੋਜ਼ਿਟਿਵ ਪਾਏ ਗਏ ਜੋ ਵੀ ਨੈਸ਼ਨਲ ਗਾਰਡ ਨੇ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ ਤੇ ਮਿਲਟਰੀ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਜਾਣੀ ਕਿ ਅਰੇਂਜਮੈਂਟਸ ਕੀਤੀਆਂ ਜਾ ਰਹੀਆਂ ਨੇ ਕਿ ਹਜ਼ਾਰਾਂ ਹੀ ਟਰੂਪਸ ਨੂੰ ਉਹਨਾਂ ਦੇ ਘਰ ਵਾਪਸ ਭੇਜਿਆ ਜਾਵੇ। ਕਿਹਾ ਜਾ ਰਿਹਾ ਹੈ ਕਿ ਅਗਲੇ 5 ਤੋਂ 10 ਦਿਨਾਂ ਤੱਕ 15,000 ਦੇ ਕਰੀਬ ਟਰੂਪਸ ਆਪਣੇ ਘਰ ਜਾ ਸਕਦੇ ਹਨ। 7,000 ਦੇ ਕਰੀਬ ਨੈਸ਼ਨਲ ਗਾਰਡ ਇੱਥੇ ਮਹੀਨੇ ਦੇ ਅੰਤ ਤੱਕ ਰਹਿਣ ਵਾਲੇ ਨੇ। ਇਹ ਜਾਣਕਾਰੀ ਵੀ ਆਫੀਸ਼ੀਅਲਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਉਹਨਾਂ ਇਹ ਵੀ ਦੱਸਿਆ ਹੈ ਕਿ ਮਿਡ ਮਾਰਚ ਜਾਣੀ ਕਿ ਮਾਰਚ ਦੇ ਅੱਧ ਤੱਕ 5,000 ਟਰੂਪਸ ਇੱਥੇ ਰਹਿਣਗੇ ਤੇ ਇਹਨਾਂ ਨੰਬਰਾਂ ਨੂੰ ਬਦਲਿਆ ਵੀ ਜਾ ਸਕਦਾ ਹੈ। Our administration will reimburse states 100% when their National Guard is deployed in the fight against COVID. We'll provide resources to help states cover the cost of personnel, vaccinators, administrative staff, as well as supplies like dry ice and laptops and protective equipment. ਕੈਨੇਡਾ ਦੇ ਵਿੱਚ ਜੋ ਕੋਵਿਡ-19 ਦੀ ਸਥਿਤੀ ਹੈ ਉਸ ਦੇ ਚੱਲਦਿਆਂ ਵੱਖ-ਵੱਖ ਪ੍ਰੋਵਿੰਸਸ ਦੇ ਵੱਲੋਂ ਸਖਤੀ ਕੀਤੀ ਗਈ ਅਤੇ ਇੱਥੇ ਲਾਕਡਾਊਨ ਲਗਾਇਆ ਗਿਆ। ਇੱਕ ਚੰਗੀ ਖਬਰ ਸਾਹਮਣੇ ਆਈ ਹੈ ਕਿ ਜੇਕਰ ਪਿਛਲੇ ਕੁਝ ਮਹੀਨਿਆਂ ਤੋਂ ਹੁਣ ਦੇ ਜੋ ਮੌਜੂਦਾ ਹਾਲਾਤ ਨੇ ਉਹਨਾਂ ਦੇ ਉੱਪਰ ਨਜ਼ਰ ਮਾਰੀ ਜਾਵੇ ਤਾਂ ਕਾਫੀ ਹੱਦ ਤੱਕ ਕਰੋਨਾ ਮਾਮਲੇ ਘਟੇ ਹਨ। ਇਸ ਦਾ ਜਿਹੜਾ ਸਿਰਾ ਹੈ ਉਹ ਲਾਕਡਾਊਨ ਨੂੰ ਦਿੱਤਾ ਜਾ ਰਿਹਾ ਹੈ। ਲਗਾਤਾਰ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ 'ਚੋਂ ਕੋਵਿਡ-19 ਵਾਇਰਸ ਦੇ ਮਾਮਲੇ ਸਾਹਮਣੇ ਆਉਣ ਦੇ ਚੱਲਦਿਆਂ ਸਖਤੀਆਂ ਕੀਤੀਆਂ ਗਈਆਂ। ਪਰ ਹੁਣ ਕੈਨੇਡਾ ਤੋਂ ਇੱਕ ਚੰਗੀ ਤੇ ਰਾਹਤ ਭਰੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਕੋਵਿਡ ਮਾਮਲੇ ਘਟਣ ਲੱਗੇ ਹਨ। ਜੇਕਰ ਅਸੀਂ ਪਿਛਲੇ ਕੁਝ ਦਿਨਾਂ ਦੇ ਉੱਪਰ ਝਾਤ ਮਾਰੀਏ ਤਾਂ ਕਰੋਨਾ ਵਾਇਰਸ ਦੇ ਮਾਮਲੇ ਕਾਫੀ ਹੱਦ ਤੱਕ ਘਟੇ ਹਨ। ਇਸ ਦੇ ਲਈ ਐਕਸਪਰਟਸ ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਜਾਣੀ ਕਿ ਪ੍ਰੋਵਿੰਸਸ ਦੇ ਵਿੱਚ ਲਾਕਡਾਊਨ ਕੀਤਾ ਗਿਆ ਹੈ, ਜਿਸ ਦੇ ਕਾਰਨ ਕੋਵਿਡ ਕੇਸਿਸ ਘਟ ਰਹੇ ਨੇ। ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਕੋਵਿਡ-19 ਦੀ ਸੈਕੰਡ ਵੇਵ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋਈਆਂ ਅਤੇ ਹਸਪਤਾਲ ਦੇ ਵਿੱਚ ਵੀ ਇਹਨਾਂ ਦੀ ਲਗਾਤਾਰ ਗਿਣਤੀ ਵਧਦੀ ਦਿਖਾਈ ਦਿੱਤੀ। ਇਸ ਕਾਰਨ ਕਈ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਕਮਰਿਆਂ ਦੇ ਵਿੱਚ ਵਾਧੂ ਜਾਣੀ ਕਿ ਐਕਸਟਰਾ ਬੈੱਡ ਲਗਾਏ ਜਾ ਰਹੇ ਸਨ। ਸਿਹਤ ਅਧਿਕਾਰੀਆਂ ਮੁਤਾਬਕ ਦੇਸ਼ ਦੇ ਵਿੱਚ 10 ਜਨਵਰੀ ਤੋਂ 22 ਜਨਵਰੀ ਤੱਕ ਕਰੋਨਾ ਦੇ ਮਾਮਲੇ ਘੱਟ ਦਰਜ ਕੀਤੇ ਗਏ ਨੇ, ਜਿਸ ਦਾ ਕਾਰਨ ਲਾਕਡਾਊਨ ਹੈ।
10 ਜਨਵਰੀ ਨੂੰ ਕੋਰੋਨਾ ਦੇ ਰੋਜ਼ਾਨਾ ਮਾਮਲੇ 8,260 ਸਨ, ਜੋ ਕਿ 22 ਫਰਵਰੀ ਨੂੰ 5,957 ਹੋ ਗਏ, ਜੋ ਕਿ ਇੱਕ ਚੰਗੀ ਖਬਰ ਹੈ। ਕੈਨੇਡਾ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇੱਥੇ ਕੋਵਿਡ ਵਾਇਰਸ ਦੇ ਮਾਮਲਿਆਂ ਨੂੰ ਘੱਟ ਹੋਰ ਕੀਤਾ ਜਾਵੇ ਤੇ ਨਾਲ ਦੀ ਨਾਲ ਇਸ ਵਾਇਰਸ ਨੂੰ ਕਾਬੂ ਦੇ ਵਿੱਚ ਕੀਤਾ ਜਾਵੇ। ਇਸ ਦੇ ਚੱਲਦਿਆਂ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਹੁਣ ਜੋ ਕੋਵਿਡ ਵਾਇਰਸ ਦੇ ਹਾਲਾਤ ਹਨ, ਅਜਿਹੇ ਦੇ ਵਿੱਚ ਕਿਸੇ ਵੀ ਕੈਨੇਡੀਅਨ ਨੂੰ ਛੁੱਟੀਆਂ ਦੇ ਉੱਪਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਨਾਨ ਐਸੈਂਸ਼ੀਅਲ ਟਰੈਵਲ ਤੋਂ ਅਜੇ ਵੀ ਪਰਹੇਜ਼ ਕੀਤਾ ਜਾਵੇ, ਕਿਉਂਕਿ ਇਹ ਸਹੀ ਵਕਤ ਨਹੀਂ ਹੈ ਕਿ ਤੁਸੀਂ ਛੁੱਟੀਆਂ ਤੇ ਘੁੰਮਣ ਜਾਓ। ਹੁਣ ਅਮਰੀਕਨਸ ਨੂੰ ਹੋਰ ਆਰਥਿਕ ਮਦਦ ਮਿਲੇਗੀ। ਇਸ ਦੇ ਨਾਲ ਸੰਬੰਧਿਤ ਜੋ ਦਸਤਾਵੇਜ਼ ਹੈ, ਡਾਕੂਮੈਂਟ ਹੈ, ਉਸ ਦੇ ਉੱਪਰ ਸਾਈਨ ਕੀਤੇ ਗਏ ਨੇ ਜੋ ਬਾਈਡਨ ਵੱਲੋਂ। ਉਹਨਾਂ ਨੇ ਕਿਹਾ ਕਿ ਜਿੰਨੇ ਜੋ ਰਾਹਤ ਪੈਕੇਜ ਦੇ ਵਿੱਚ ਪੈਸੇ ਮਿਲੇ ਨੇ ਅਮਰੀਕਨਸ ਨੂੰ, ਉਹ ਕਾਫੀ ਨਹੀਂ ਹਨ। ਹੋਰ ਵੀ ਉਹਨਾਂ ਵੱਲੋਂ ਕਈ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ। ਦੱਸ ਦਈਏ, ਹਾਲ ਹੀ ਦੇ ਵਿੱਚ ਉਹਨਾਂ ਨੇ ਨਿਯਮਾਂ ਦਾ ਵੀ ਐਲਾਨ ਕੀਤਾ, ਜਿੱਥੇ ਉਹਨਾਂ ਨੇ ਕਿਹਾ ਹੈ ਕਿ ਹੁਣ ਅਮਰੀਕਾ ਦੇ ਵਿੱਚ ਆਉਣ ਤੇ ਹਰ ਯਾਤਰੀ ਨੂੰ ਕੁਆਰੰਟਾਈਨ ਹੋਣਾ ਪਏਗਾ, ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਤੇ ਉਹਨਾਂ ਕਿਹਾ ਕਿ ਫਿਜ਼ੀਕਲ ਡਿਸਟੈਂਸਿੰਗ ਦਾ ਵੀ ਖਾਸ ਤੌਰ ਦੇ ਉੱਪਰ ਖਿਆਲ ਰੱਖਿਆ ਜਾਵੇ। ਅਮਰੀਕਾ ਅਜੇ ਵੀ ਕੋਵਿਡ-19 ਵਾਇਰਸ ਦੇ ਨਾਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੈ। ਜਿੱਥੇ ਇਸ ਦਾ ਅਸਰ ਸਿਹਤ ਦੇ ਉੱਪਰ ਹੋਇਆ ਹੈ, ਉੱਥੇ ਹੀ ਇਸ ਦਾ ਅਸਰ ਆਰਥਿਕਤਾ ਦੇ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਈਡਨ ਦੇ ਲਈ ਕਾਫੀ ਚੁਣੌਤੀ ਭਰਿਆ ਹੈ ਕਿ ਇੱਥੇ ਹਾਲਾਤਾਂ ਨੂੰ ਕਿਵੇਂ ਕਾਬੂ ਦੇ ਵਿੱਚ ਕਰਨਾ ਹੈ। ਹਾਲ ਹੀ ਦੇ ਵਿੱਚ ਉਹਨਾਂ ਵੱਲੋਂ ਕੁਝ ਨਿਯਮਾਂ ਦਾ ਜ਼ਿਕਰ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਆਉਣ ਦੇ ਉੱਪਰ ਕੁਆਰੰਟਾਈਨ ਕਰਨਾ ਪਵੇਗਾ ਤੇ ਮਾਸਕ ਪਾਉਣ ਦੇ ਉੱਪਰ ਵੀ ਉਹਨਾਂ ਵੱਲੋਂ ਜ਼ੋਰ ਦਿੱਤਾ ਗਿਆ ਹੈ। ਹੁਣ ਬਾਈਡਨ ਨੇ ਅਮਰੀਕਨਸ ਨੂੰ ਆਰਥਿਕ ਰਾਹਤ ਦੇਣ ਦੇ ਹੁਕਮ ਦੇ ਉੱਪਰ ਦਸਤਖਤ ਕੀਤੇ ਹਨ। ਜਿਨ੍ਹਾਂ ਹੁਕਮਾਂ ਦੇ ਉੱਪਰ ਦਸਤਖਤ ਕੀਤੇ ਗਏ ਹਨ, ਉਹਨਾਂ ਵਿੱਚੋਂ ਇੱਕ ਕੋਰੋਨਾ ਵਾਇਰਸ ਦੀ ਮਾਰ ਦੇ ਨਾਲ ਪ੍ਰਭਾਵਿਤ ਅਮਰੀਕੀ ਅਰਥ ਵਿਵਸਥਾ ਜਾਣੀ ਕਿ ਇਕਨੋਮੀ ਦੇ ਹਾਲਾਤ ਨੂੰ ਸੁਧਾਰਨ ਦੇ ਸੰਬੰਧ ਦੇ ਵਿੱਚ ਕੀਤੇ ਗਏ ਨੇ। ਜਾਣਕਾਰੀ ਅਨੁਸਾਰ ਇਸ ਪੈਂਡੇਮਿਕ ਦੇ ਕਾਰਨ 1.8 ਕਰੋੜ ਅਮਰੀਕਨਸ ਬੇਰੁਜ਼ਗਾਰ ਹੋ ਗਏ ਹਨ, ਜਾਣੀ ਕਿ ਇੰਨੇ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਨੇ। ਸਹੁੰ ਚੁੱਕਣ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਅਮਰੀਕਨਸ ਨੂੰ ਆਰਥਿਕ ਰਾਹਤ ਪ੍ਰਦਾਨ ਕੀਤਾ ਜਾਵੇਗਾ ਜੋ ਕੋਵਿਡ ਵਾਇਰਸ ਪੈਂਡੇਮਿਕ ਦੇ ਕਾਰਨ ਸੰਕਟ ਦੇ ਵਿੱਚ ਨੇ। ਬਾਈਡਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ $2,000 ਦੇ ਸਿੱਧੇ ਭੁਗਤਾਨ ਦਾ ਕੰਮ ਕਰਾਂਗੇ, ਜਾਣੀ ਕਿ ਇਹ ਰਾਹਤ ਉਹਨਾਂ ਨੂੰ ਦਿੱਤੀ ਜਾਵੇਗੀ। ਪਹਿਲਾਂ ਜੋ $600 ਮਨਜ਼ੂਰ ਕੀਤੇ ਗਏ ਸਨ, ਉਹ ਕਾਫੀ ਨਹੀਂ ਹਨ। ਜੋ ਬਾਈਡਨ ਨੇ ਵਾਈਟ ਹਾਊਸ ਤੋਂ ਬੋਲਦਿਆਂ ਕਿਹਾ ਕਿ ਅਸੀਂ ਆਪਣੇ ਲੋਕਾਂ ਨੂੰ ਭੁੱਖਾ ਨਹੀਂ ਛੱਡ ਸਕਦੇ। ਜੋ ਬਾਈਡਨ ਨੇ ਕਿਹਾ ਹੈ ਕਿ ਉਹਨਾਂ ਦੀ ਇਹ ਰਾਹਤ ਯੋਜਨਾ ਦੇ ਨਾਲ ਅਰਥ ਵਿਵਸਥਾ ਵਧੇਰੇ ਤੇਜ਼ੀ ਦੇ ਨਾਲ ਪੂਰੇ ਰੋਜ਼ਗਾਰ ਵੱਲ ਵਧੇਗੀ। ਬਾਈਡਨ ਨੇ 15 ਜਨਵਰੀ ਨੂੰ ਅਮਰੀਕੀ ਇਕਨੋਮੀ ਦੇ ਲਈ $1900 ਅਰਬ ਦੀ ਕੋਰੋਨਾ ਵਾਇਰਸ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ। ਮਸ਼ਹੂਰ ਟੀਵੀ ਹੋਸਟ ਲੈਰੀ ਕਿੰਗ ਸਾਡੇ ਵਿੱਚ ਨਹੀਂ ਰਹੇ। 87 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ। ਲਾਸ ਏਂਜਲਸ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ। ਟੀਵੀ ਇੰਡਸਟਰੀ ਦਾ ਜਾਣਿਆ ਪਹਿਚਾਣਿਆ ਚਿਹਰਾ ਜਾਣੀ ਕਿ ਮਸ਼ਹੂਰ ਟਾਕ ਸ਼ੋ ਹੋਸਟ ਲੈਰੀ ਕਿੰਗ ਦਾ ਦੇਹਾਂਤ ਹੋ ਗਿਆ ਹੈ। 87 ਸਾਲ ਦੀ ਉਮਰ ਦੇ ਵਿੱਚ ਉਹ ਦੁਨੀਆ ਨੂੰ ਅਲਵਿਦਾ ਆਖ ਗਏ। ਉਹਨਾਂ ਦੀ ਮੌਤ ਦੀ ਖਬਰ ਟਵਿੱਟਰ ਦੇ ਉੱਪਰ ਸਾਂਝੀ ਕੀਤੀ ਗਈ ਹੈ। ਲੈਰੀ ਆਪਣੇ ਆਖਰੀ ਸਮੇਂ ਦੌਰਾਨ ਲਾਸ ਏਂਜਲਸ ਦੇ ਮੈਡੀਕਲ ਸੈਂਟਰ ਦੇ ਵਿੱਚ ਸਨ, ਜਿੱਥੇ ਉਹਨਾਂ ਨੇ ਆਖਰੀ ਸਾਹ ਲਏ। ਕੁਝ ਦਿਨ ਪਹਿਲਾਂ ਲੈਰੀ ਕਿੰਗ ਕੋਵਿਡ-19 ਪੋਜ਼ਿਟਿਵ ਪਾਏ ਗਏ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਲਾਸ ਏਂਜਲਸ ਦੇ ਸੀਡਰ ਸਿਨਾਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਇੱਕ ਰਿਪੋਰਟ ਦੇ ਅਨੁਸਾਰ ਲੈਰੀ ਕਿੰਗ ਲੰਬੇ ਸਮੇਂ ਤੋਂ ਸਿਹਤ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਲ ਲੜ ਰਹੇ ਸਨ। ਉਹ ਦਿਲ ਦੇ ਦੌਰੇ, ਸ਼ੂਗਰ ਅਤੇ ਫੇਫੜਿਆਂ ਦੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਨਾਲ ਜੂਝ ਰਹੇ ਸਨ। ਟਵਿੱਟਰ ਦੇ ਉੱਪਰ ਜੋ ਬਿਆਨ ਜਾਰੀ ਕੀਤਾ ਗਿਆ, ਉਸ ਦੇ ਵਿੱਚ ਕਿਹਾ ਗਿਆ ਕਿ ਲੈਰੀ ਦੇ ਕਈ ਹਜ਼ਾਰ ਇੰਟਰਵਿਊ, ਅਵਾਰਡਸ ਅਤੇ ਪੇਸ਼ਕਾਰੀਆਂ ਇੱਕ ਬ੍ਰਾਡਕਾਸਟਰ ਦੇ ਰੂਪ ਦੇ ਵਿੱਚ ਉਹਨਾਂ ਦੇ ਟੈਲੈਂਟ ਦਾ ਸਬੂਤ ਹਨ। ਲੈਰੀ ਹਮੇਸ਼ਾ ਆਪਣੀ ਇੰਟਰਵਿਊ ਦੇ ਸਬਜੈਕਟ ਨੂੰ ਆਪਣੇ ਪ੍ਰੋਗਰਾਮ ਦੇ ਟਰੂ ਸਟਾਰ ਦੇ ਤੌਰ ਦੇ ਉੱਪਰ ਦੇਖਦੇ ਸਨ। ਉਹ ਆਪਣੇ ਆਪ ਨੂੰ ਹਮੇਸ਼ਾ ਗੈਸਟ ਅਤੇ ਆਡੀਅנס ਦਰਮਿਆਨ ਇੱਕ ਨਿਰਪੱਖ ਮੀਡੀਅਮ ਦੇ ਰੂਪ ਦੇ ਵਿੱਚ ਦੇਖਦੇ ਸਨ ਤੇ ਅੱਜ ਇਹ ਜਾਣਿਆ ਪਹਿਚਾਣਿਆ ਚਿਹਰਾ ਸਾਡੇ ਵਿੱਚ ਨਹੀਂ ਰਿਹਾ। ਕਈ ਵੱਡੀਆਂ ਹਸਤੀਆਂ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਟੀਵੀ ਇੰਡਸਟਰੀ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਕੈਨੇਡਾ ਦੇ ਵਿੱਚ ਕਿਸਾਨੀ ਦੇ ਲਈ ਹੋਇਆ ਪ੍ਰਦਰਸ਼ਨ, ਕੱਲ ਨਿਕਲੇਗਾ ਟਰੈਕਟਰ ਮਾਰਚ। ਟਰੂਡੋ ਨੂੰ ਆਇਆ ਬਾਈਡਨ ਦਾ ਫੋਨ, ਕੀਸਟੋਨ ਪਾਈਪਲਾਈਨ ਬਾਰੇ ਦੇ ਵਿੱਚ ਹੋਈ ਚਰਚਾ। ਕੈਨੇਡਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਕਰ ਰਿਹਾ ਡਿਪੋਰਟ। 2020 ਦੇ ਵਿੱਚ 12,122 ਨੂੰ ਕੀਤਾ ਗਿਆ ਡਿਪੋਰਟ। ਪਹਿਲਾ ਰੈਪਿਡ PCR ਕੋਰੋਨਾ ਟੈਸਟ ਮਨਜ਼ੂਰ, ਹੈਲਥ ਕੈਨੇਡਾ ਨੇ ਦਿੱਤੀ ਹਰੀ ਝੰਡੀ। ਸਨੋਫਾਲ ਦੀ ਚੇਤਾਵਨੀ ਜਾਰੀ, ਮੈਟਰੋ ਵੈਂਕੂਵਰ ਦੇ ਵਿੱਚ ਪੈ ਸਕਦੀ ਹੈ 15 ਸੈਂਟੀਮੀਟਰ ਬਰਫ਼ਬਾਰੀ। ਐਕਸਪ੍ਰੈਸ ਐਂਟਰੀ ਨੇ ਕੱਢਿਆ ਡਰਾ, 4,626 ਨੂੰ ਮਿਲੇ ਸੱਦੇ।
ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।